हेलो स्टूडेंट्स, आज मैं ਤੁਹਾਡੇ डाउट्स डिस्कस करूँगी मॉड वाली एक्सरसाइज ਦੇ। स्टूडेंट्स ने ਮੈਨੂੰ डाउट्स ਸੈਂਡ ਕੀਤੇ ਕਿ ਉਹਨਾਂ ਕੋਈ ਕੁਐਸਚਨਸ ਨਹੀਂ ਸੋਲਵ ਹੋਏ। ਸੋ ਫਸਟ ਕੁਐਸਚਨ ਹੈ ਸਾਡਾ ਐਕਸਰਸਾइज ਦਾ ਥਰਡ ਕੁਐਸਚਨ, कैलकुलेट मॉड फ्रॉम द फॉलोइंग डाटा ऑफ हाइट्स इन इंचेस ऑफ अ ग्रुप ऑफ स्टूडेंट्स। ਸਾਨੂੰ ਅਸੀਂ मॉड निकालना है, ਸਾਨੂੰ डाटा गिवन है, कादा डाटा गिवन है, हाइट्स का ऑफ अ ग्रुप ऑफ स्टूडेंट्स। सो डाटा गिवन है। Now suppose that a group of students whose heights are these is added to original group। ਇਹ ਸਾਡਾ original group ਸੀ, ਇਹ ਸਾਨੂੰ original group given ਸੀ। ਹੁਣ ਇਸ ਗਰੁੱਪ ਦੇ ਵਿੱਚ ਕਿਸੇ ਹੋਰ ਗਰੁੱਪ ਦਾ ਡਾਟਾ ਕੀ ਕਰਨਾ, ਐਡ ਕਰ ਲੈਣਾ। ਉਹ ਡਾਟਾ ਹੈ ਇਹ ਵਾਲਾ, ਇਹ ਹੈ ਕਿਸੇ ਹੋਰ ਗਰੁੱਪ ਦਾ ਡਾਟਾ। ਇਹ ਡਾਟਾ ਤੁਸੀਂ ਇਸ ਗਰੁੱਪ 'ਚ ਐਡ ਕਰਨਾ। then find the mod of combined group। then ਤੁਸੀਂ मतलब ओरिजिनल ग्रुप ਤੇ ਜਿਹੜਾ ਆ ਵਾਲਾ ਡਾਟਾ ਇਸ ਗਰੁੱਪ 'ਚ ਐਡ ਕਰਨਾ, ਇਹਦਾ ਤੁਸੀਂ ਕੀ ਫਾਈਂਡ ਕਰਨਾ, ਕੰਬਾਈਨਡ ਮੋਡ ਫਾਈਂਡ ਕਰਨਾ। मतलब ਮੋਡ ਆਫ ਦਾ ਕੰਬਾਈਨਡ ਗਰੁੱਪ, ਜਦੋਂ ਤੁਸੀਂ ਗਰੁੱਪ ਨੂੰ ਇਕੱਠਾ ਕਰਤਾ ਉਦੋਂ ਮੋਡ ਕੀ ਆਇਆ। ਸੋ ਫਸਟ ਅਸੀਂ ਇਹਦਾ ਮੋਡ ਨਿਕਾਲਿਆ। ਅਸੀਂ ਫਸਟ ਅਰੇਂਜ ਕਰ ਦਿੱਤਾ ਵੈਲਿਊਜ਼ ਇਨ ਦਾ ਅਸੈਂਡਿੰਗ ਆਰਡਰ, ਠੀਕ। ਫਿਰ ਅਸੀਂ ਚੈੱਕ ਕੀਤਾ ਕਿਹੜੀ ਵੈਲਿਊ मैक्सिमम टाइम आ रही है। सो इत्थे 64 इस तरह की वैल्यू है जिहड़ी किन्ने टाइम आ रही है, 4 टाइम। 63 3 टाइम, 62 1 टाइम। सो मैक्सिमम नंबर ऑफ टाइम किहड़ी वैल्यू रिपीट हो रही है, 64। सो मॉड की आ गया साडे कोल फर्स्ट मतलब ओरिजिनल ग्रुप का 64। ਹੁਣ ਸੈਕਿੰਡ ਕੇਸ 'ਚ ਅਸੀਂ ਕੀ ਕਰਨਾ, ਆਪਣੇ ओरिजिनल ਡਾਟਾ ਵਿੱਚ ਇਹ ਵਾਲਾ ਡਾਟਾ ਐਡ ਕਰ ਦੇਣਾ। मतलब ਇਹ ਵਾਲੀਆਂ ਐਂਟਰੀਜ਼ ਤਾਂ ਲੈਣੀਆਂ ਹੀ ਲੈਣੀਆਂ, ਨਾਲ ਇਹ ਵਾਲੀਆਂ ਐਂਟਰੀਜ਼ ਵੀ ਲੈ ਲੈਣੀਆਂ। ਸੋ ਇਹਨਾਂ ਨੂੰ ਇਕੱਠਾ ਕਰ ਦੇਣਾ। ਐਡ मतलब ਪਲੱਸ ਨਹੀਂ ਕਰਨਾ, मतलब ਕਿ ਸਾਡੀ ਹੁਣ ਜਿਹੜਾ ਡਾਟਾ ਉਹ ਵੱਡਾ ਹੋ ਜਾਣਾ ਹੈ, ਠੀਕ ਹੈ। ਇਹ ਵਾਲਾ ਵੀ ਇਹਦੇ ਵਿੱਚ ਇਨਕਲੂਡ ਕਰ ਦੇਣਾ। ਜਦੋਂ ਤੁਸੀਂ ਇਹ ਸਾਰੇ ਨੂੰ ਇਕੱਠਾ ਕੀਤਾ, ਹੁਣ ਅਰੇਂਜ ਕਰੋ ਇਹਨਾਂ ਦੋਨਾਂ ਨੂੰ ਇਕੱਠਿਆਂ 'ਚ। ਸੋ ਅਸੀਂ ਅਰੇਂਜ ਕੀਤਾ ਇਹਨਾਂ ਦੋਨਾਂ 'ਚੋਂ ਸਭ ਤੋਂ ਛੋਟੀ ਕਿਹੜੀ ਹੈ, 59। ਨੈਕਸਟ 60। ਨੈਕਸਟ ਤੁਸੀਂ मतलब ਇਹਨਾਂ ਦੋਨਾਂ ਨੂੰ ਇਕੱਠਾ ਕਰਕੇ ਸਾਡਾ ਗਰੁੱਪ ਹੋ ਗਿਆ ਵੱਡਾ, ਠੀਕ ਹੈ। ਸੋ ਇਕੱਠਾ ਕਰਕੇ ਅਸੀਂ ਇਨਕਰੀਜ਼ ਕਰ ਲਿਆ ਅਸੈਂਡਿੰਗ ਆਰਡਰ ਦੇ ਵਿੱਚ, ਠੀਕ। ਫਿਰ ਅਸੀਂ ਦੇਖਿਆ ਇਹਨਾਂ ਵਿੱਚੋਂ ਕਿਹੜਾ ਨੰਬਰ ਮੈਕਸਿਮਮ ਨੰਬਰ ਆਫ ਟਾਈਮ ਰਿਪੀਟ ਹੋ ਰਿਹਾ। ਸੋ ਅਸੀਂ ਜਦੋਂ ਦੁਬਾਰਾ ਦੇਖਿਆ ਫਿਰ ਵੀ ਸਾਡੇ ਕੋਲ 64 ਹੀ ਐਸਾ ਨੰਬਰ ਆਇਆ ਜਿਹੜਾ 4 ਟਾਈਮ ਰਿਪੀਟ ਹੋ ਰਿਹਾ। ਸੋ ਇਹਦੇ ਵਿੱਚ ਕੰਬਾਈਨਡ, ਇਹ मतलब ਕੰਬਾਈਨਡ ਕਰ ਦਿੱਤਾ, ਗਰੁੱਪ ਨੂੰ ਇਕੱਠਾ ਕਰ ਲਿਆ। फस्ट वाली ओरिजिनल दी एंट्रीज नाले तुसी सैकेंड वाले ग्रुप दी एंट्रीज भी ये इनकलूड कर लईयां। देयरफॉर साडे कोल मॉड की आ गया 64। सो ਇਹਦਾ कोई होर फॉर्मूला नहीं है कंबाइंड दा, कुछ ऐड नहीं किया, बस एंट्रीज वधा दित्तियां असी, नंबर ऑफ एंट्रीज इनक्रीज कर दित्तियां। नैक्सट है क्वेश्चन नंबर 6, कैलकुलेट मीन एंड मॉड फ्रॉम द फॉलोइंग डाटा। ਤੁਸੀਂ ਮੀਨ ਐਂਡ ਮੋਡ ਨਿਕਾਲਣਾ ਇਸ ਡਾਟਾ ਤੋਂ। ਸਾਨੂੰ x ਗਿਵਨ ਹੈ, f ਗਿਵਨ ਹੈ। ਦੇਖੋ ਅਸੀਂ ਇੱਥੇ ਗਰੁੱਪਿੰਗ ਮੈਥਡ ਅਪਲਾਈ ਕਰਨਾ। ਤੁਸੀਂ ਸਟੂਡੈਂਟਸ ਆਲਵੇਜ਼ ਗਰੁੱਪਿੰਗ ਮੈਥਡ ਅਪਲਾਈ ਕਰਕੇ ਹੀ ਦੇਖਣਾ, ਬਿਕੋਜ਼ ਉਹ ਬੈਸਟ ਮੈਥਡ ਹੈ, ਠੀਕ। ਸੋ ਜਦੋਂ ਅਸੀਂ ਗਰੁੱਪਿੰਗ ਮੈਥਡ ਅਪਲਾਈ ਕੀਤਾ, ਸੋ ਅਪਲਾਈ ਤਾਂ ਤੁਹਾਨੂੰ ਸਾਰਿਆਂ ਨੂੰ ਕਰਨਾ ਹੀ ਆਉਂਦਾ ਹੈ ਗਰੁੱਪਿੰਗ ਮੈਥਡ। ਸੋ ਅਸੀਂ ਇਹਦੇ ਕਾਲਮਸ ਬਣਾ ਲਏ। ਸਾਨੂੰ ਪਤਾ ਗਰੁੱਪਿੰਗ ਮੈਥਡ 'ਚ 6 ਕਾਲਮਸ ਹੁੰਦੇ ਆ। ਪਹਿਲਾਂ ਤੁਸੀਂ 2 2 ਨੂੰ ਐਡ, ਦੇਖੋ ਇੱਥੇ 14 ਅਸੀਂ ਅਗਰ ਬਾਹਰ ਲਗਾਣੀ, ਬਾਹਰ ਅਸੀਂ ਇੱਥੇ ਇਦਾਂ ਵੀ ਲਿਖ ਸਕਦੇ ਹਾਂ 5 + 9 14, 13 + 21 ਕਿੰਨਾ ਆ ਗਿਆ ਸਾਡੇ ਕੋਲ 34। ਅਗਰ ਕਿਸੇ ਨੂੰ ਡਾਊਟ ਹੈ ਕਿ ਅਸੀਂ ਕਿੱਦਾਂ ਗਰੁੱਪ ਇਕੱਠੇ ਕਰ ਰਹੇ ਸੀ, ਅਸੀਂ ਨੰਬਰਸ ਵੀ ਲਿਖ ਸਕਦੇ ਇੱਥੇ, ਠੀਕ। ਸੋ ਸਾਡੇ ਕੋਲ ਇਹ ਮੈਂ ਤੁਹਾਨੂੰ ਟੇਬਲ ਪਹਿਲੇ ਹੀ ਸਿਖਾਇਆ ਹੋਇਆ ਬਣਾਉਣਾ। ਸੋ ਇਹ ਟੇਬਲ ਬਣਾ ਲੈਣਾ, ਐਨਾਲਿਸਿਸ ਟੇਬਲ ਬਣਾ ਲਿਆ, ਠੀਕ। ਐਨਾਲਿਸਿਸ ਟੇਬਲ ਬਣਾ ਕੇ ਦੇਖੋ ਸਾਡੇ ਕੋਲ ਕੀ ਆਇਆ। ਸਾਡੇ ਕੋਲ ਦੇਖੋ ਇਹਦੇ ਵਿੱਚ ਵੀ 2 ਵੈਲਿਊਜ਼ ਰਿਪੀਟ ਹੋ ਗਈਆਂ। ਹੁਣ ਸਾਡੇ ਕੋਲ ਇਹਦੇ ਵਿੱਚ 2 ਵੈਲਿਊਜ਼ ਰਿਪੀਟ ਹੋ ਗਈਆਂ। ਫਿਰ ਹੁਣ ਅਸੀਂ ਕਿੱਦਾਂ ਦੱਸ ਸਕਦੇ ਕਿ ਇਹਦਾ ਮੋਡ ਕੀ ਹੋਏਗਾ। ਸੋ ਫਸਟ ਅਸੀਂ ਮੈਥਡ ਕੀਤਾ ਸੀ ਐਨਾਲਿਸਿਸ, ਅਗਰ ਐਨਾਲਿਸਿਸ ਨਾਲ ਨਾ ਹੋਏ ਅਸੀਂ ਗਰੁੱਪਿੰਗ ਕੀਤਾ ਸੀ। ਬਟ ਹੁਣ ਗਰੁੱਪਿੰਗ 'ਚ ਵੀ ਪ੍ਰੋਬਲਮ ਆ ਗਈ। ਗਰੁੱਪਿੰਗ 'ਚ ਵੀ ਸਾਡੇ ਕੋਲ ਇੱਥੇ 2 ਫ੍ਰੀਕੁਐਂਸੀ ਸੇਮ ਆ ਗਈਆਂ। ਜੇ 2 ਫ੍ਰੀਕੁਐਂਸੀ ਸੇਮ ਆ ਗਏ ਤਾਂ ਅਸੀਂ ਕਹਿ ਸਕਦੇ ਹਾਂ ਮੋਡ ਇਜ਼ ਇਲ ਡਿਫਾਈਨਡ। ਇਹ ਡੈਫੀਨੇਸ਼ਨ ਹੈ ਇਲ ਡਿਫਾਈਨਡ ਦੀ। ਸੋ ਅਸੀਂ ਇਹਦੇ ਵਿੱਚ ਕਵਾਂਗੇ ਸਾਡਾ ਮੋਡ ਕੀ ਹੈ, ਇਲ ਡਿਫਾਈਨ। ਜਦੋਂ ਅਸੀਂ ਗਰੁੱਪਿੰਗ ਟੇਬਲ ਬਣਾਉਂਦੇ ਉਹਦੇ 'ਚ ਐਨਾਲਿਸਿਸ ਟੇਬਲ ਦੇ ਵਿੱਚ 2 ਫ੍ਰੀਕੁਐਂਸੀ ਸੇਮ ਆ ਗਈਆਂ, ਦੈਨ ਮੋਡ ਕੀ ਹੋਏਗਾ, ਇਲ ਡਿਫਾਈਨਡ। ਜਦੋਂ ਮੋਡ ਇਲ ਡਿਫਾਈਨਡ ਹੋਏਗਾ ਸੋ ਉਹਦੇ ਵਿੱਚ ਸਾਡੇ ਕੋਲ ਇੱਕ ਹੋਰ ਫਾਰਮੂਲਾ ਹੈ, ਠੀਕ। ਮੋਡ ਨਿਕਾਲਣ ਦਾ ਫਾਰਮੂਲਾ ਹੈ ਜਦੋਂ ਸਾਡਾ ਮੋਡ ਇਲ ਡਿਫਾਈਨ ਹੋਏ, ਵੈਨ ਮੋਡ ਇਜ਼ ਇਲ ਡਿਫਾਈਨਡ ਦੈਨ ਅਸੀਂ empirical relation apply करना, which is mod equals to 3 median
-2 ਮੀਨ। ਸੋ ਇਹ ਸਾਡਾ ਫਾਰਮੂਲਾ ਅਪਲਾਈ ਹੋਏਗਾ ਜਦੋਂ ਸਾਡੇ ਕੋਲ ਮੋਡ ਇਲ ਡਿਫਾਈਨ ਹੋਏਗਾ, ਦੈਨ ਅਸੀਂ ਅਪਲਾਈ ਕਰਾਂਗੇ ਆਪਣਾ ਥਰਡ ਫਾਰਮੂਲਾ। ਇੱਥੇ ਤੱਕ ਕਰ ਲੈਣਾ। ਇਸ ਤੋਂ ਬਾਅਦ ਅਸੀਂ ਮੋਡ ਕਿੱਦਾਂ ਫਾਈਂਡ ਕਰਾਂਗੇ? ਇੱਥੋਂ ਸਾਨੂੰ ਇਹ ਪਤਾ ਚੱਲ ਗਿਆ ਕਿ ਇਲ ਡਿਫਾਈਨ ਹੈ, ਕਿ ਗਰੁੱਪਿੰਗ ਮੈਥਡ ਨਾਲ ਮੋਡ ਦੀ ਵੈਲਿਊ ਸਾਡੇ ਕੋਲ ਨਹੀਂ ਆ ਰਹੀ ਹੈ। ਸੋ ਇਹਦੇ ਵਿੱਚ ਅਸੀਂ ਫਿਰ ਇੰਪੀਰੀਕਲ ਰਿਲੇਸ਼ਨ ਆਪਣਾ ਲਗਾਉਣਾ, ਔਰ ਇਹ ਇੰਪੀਰੀਕਲ ਰਿਲੇਸ਼ਨ ਕਾਰਲ ਪੀਅਰਸਨ ਨੇ ਦਿੱਤਾ ਸੀ। ਠੀਕ, ਸੋ ਇਹਨੂੰ ਅਸੀਂ ਲਿਖ ਸਕਦੇ ਰਿਲੇਸ਼ਨਸ਼ਿਪ ਬਿਟਵੀਨ ਮੀਨ, ਮੀਡੀਅਨ, ਮੋਡ। ਸੋ ਇਹ ਯਾਦ ਵੀ ਰੱਖਣਾ, ਅਗਰ ਸਾਡੇ ਕੋਲ ਮੀਡੀਅਨ ਹੈ, ਮੀਨ ਹੈ, ਦੈਨ ਅਸੀਂ ਮੋਡ ਨਿਕਾਲ ਸਕਦੇ ਹਾਂ। ਮਤਲਬ ਤਿੰਨਾਂ ਵਿੱਚੋਂ ਅਗਰ 2 ਟਰਮਸ ਸਾਨੂੰ ਗਿਵਨ ਹੋਣ, ਦੈਨ ਅਸੀਂ ਥਰਡ ਟਰਮਸ ਫਾਈਂਡ ਆਊਟ ਕਰ ਸਕਦੇ ਹਾਂ। ਸੋ ਹੁਣ ਇਹ ਵਾਲਾ ਕੁਐਸਚਨ ਅਸੀਂ ਇਸ ਫਾਰਮੂਲੇ ਦੇ ਨਾਲ ਕਰਾਂਗੇ। ਯੈਸ, ਇਹ ਫਾਰਮੂਲਾ ਅਪਲਾਈ ਕਰਨ ਦੇ ਲਈ ਸਾਨੂੰ ਮੀਡੀਅਨ ਚਾਹੀਦਾ ਐਂਡ ਮੀਨ ਚਾਹੀਦਾ। ਸੋ ਅਸੀਂ ਮੀਨ ਵੀ ਨਿਕਾਲਾਂਗੇ ਐਂਡ ਮੀਡੀਅਨ ਵੀ ਨਿਕਾਲਾਂਗੇ। ਮੀਨ ਤਾਂ ਸਾਨੂੰ ਵੈਸੇ ਵੀ ਉਹਨਾਂ ਨੇ ਇਸ ਕੁਐਸਚਨ 'ਚ ਨਿਕਾਲਣ ਲਈ ਕਿਹਾ ਹੀ ਸੀ। ਠੀਕ, ਸੋ ਅਸੀਂ XF ਲੈ ਲਿਆ। ਠੀਕ, ਮੀਨ ਤੁਹਾਨੂੰ ਨਿਕਾਲਣਾ ਆਉਂਦਾ ਸੀ, ਡਾਇਰੈਕਟ ਮੈਥਡ ਹੀ ਲਗਾਤਾ। FX ਸਮਿਸ਼ਨ FX, ਉਹ ਆ ਗਿਆ ਸਮਿਸ਼ਨ FX ਅਪੋਨ N। ਸੋ ਸਾਡੇ ਕੋਲ ਮੀਨ ਆ ਗਿਆ। ਠੀਕ, ਮੀਨ ਤੋਂ ਬਾਅਦ ਸਾਨੂੰ ਮੀਡੀਅਨ ਚਾਹੀਦਾ, ਮੀਡੀਅਨ ਵੀ ਤੁਹਾਨੂੰ ਲਗਾਉਣਾ ਆਉਂਦਾ। ਮੀਡੀਅਨ ਦੇ ਲਈ ਕੀ ਕਰੋਗੇ? ਕੈਪੀਟਲ N/2, 94/2 ਕਿੰਨਾ ਆ ਗਿਆ? 47। 47 ਨੂੰ ਤੁਸੀਂ ਕੀ ਕਰਦੇ ਹੁੰਦੇ ਫਿਰ ਆਪਣੇ ਕੌਮੂਲੇਟਿਵ ਫ੍ਰੀਕੁਐਂਸੀ ਟੇਬਲ ਚਲਾਈ। ਅਸੀਂ ਕੌਮੂਲੇਟਿਵ ਫ੍ਰੀਕੁਐਂਸੀ ਬਣਾਇਆ, ਟੇਬਲ ਬਣਾਇਆ ਮੀਡੀਅਨ ਲਈ, ਔਰ FX ਵਾਲਾ ਬਣਾਇਆ ਮੀਨ ਫਾਈਂਡ ਕਰਨ ਲਈ। ਸੋ ਤੁਸੀਂ 47 ਨੂੰ ਲਾਈ ਕਰਾਇਆ। 47 ਤੋਂ ਹਾਇਰ ਕੌਣ ਹੈ? 48। ਸੋ ਇਹਦੇ ਕੋਰਸਪੋਂਡਿੰਗ ਜਿਹੜੀ ਵੈਲਿਊ ਹੋਏਗੀ 20, ਉਹ ਸਾਡੇ ਕੋਲ ਕਿਆ ਆ ਜਾਏਗੀ? ਮੀਡੀਅਨ। ਸੋ ਸਾਡੇ ਕੋਲ ਮੀਡੀਅਨ ਕਿੰਨਾ ਆ ਗਿਆ? 20 ਮੀਡੀਅਨ ਆ ਗਿਆ। ਮੀਨ ਹੈ ਸਾਡੇ ਕੋਲ, ਸੋ ਮੀਨ ਹੈ, ਮੀਡੀਅਨ ਹੈ, ਅਸੀਂ ਆਪਣਾ ਇੰਪੀਰੀਕਲ ਰਿਲੇਸ਼ਨ ਲਗਾਇਆ ਮੋਡ which is equals to 3 median, m is median, minus 2 x bar is mean. 3 median minus 2 mean, which is equals to 3 median is 20 minus 2 into ਸਾਡਾ ਮੀਨ ਆਇਆ ਸੀ 22.13, ਫਿਲ ਕੀਤਾ। ਸੋ ਸਾਡਾ ਮੋਡ ਕੀ ਆ ਗਿਆ? 15.74। ਨੈਕਸਟ ਇੱਕ ਲਾਸਟ ਕੁਐਸਚਨ ਚ ਪ੍ਰੋਬਲਮ ਸੀ ਸਟੂਡੈਂਟਸ ਨੂੰ, ਕੁਐਸਚਨ ਨੰਬਰ 16। Find out the missing frequency if mod equals to 24 and the number of families equals to 100। देखो सानू 2 families ਦੀ frequency given नहीं है, सो ਅਸੀਂ ਇਹ find करनी, ਉਹਦੇ ਲਈ ਸਾਨੂੰ mod ਤੇ number of families given है। सो ਅਸੀਂ ਲੈ ਲਿਆ let and x and y be 2 missing frequency, therefore ਸਾਡੇ ਕੋਲ total number of families ਕਿੰਨੀ ਹੈ? total number of families, देखो ਇੱਥੇ 2 वेरिएबल ਅਸੀਂ find ਕਰਨੇ ਹੈ x and y। अगर वेरिएबल 2 फाइंड करने दैन इक्वेशंस भी कितनियां बननगियां? 2 ही बननगियां। सो इत्थे असीं 2 इक्वेशंस बनानियां। एक इक्वेशन आएगी नंबर ऑफ फैमिलीज तो एंड दूसरी इक्वेशन मॉड तो। सो नंबर ऑफ फैमिली साडे कोल है 100। नंबर ऑफ फैमिलीज इन्हां दी एडिशन करो, फैमिलीज दी एडिशन कितनी आएगी? 14 प्लस x प्लस 27 प्लस ਇਹਦੀ ਜਗ੍ਹਾ ਤੇ ਮੈਂ y ਲਿਆ प्लस 15, ਇਹ ਕਿਹਦੇ ਇਕੁਅਲ ਆ ਜਾਏਗਾ? 100। ਤੁਸੀਂ ਦੂਸਰੀ ਤਰ੍ਹਾਂ ਵੀ ਟੇਬਲ ਬਣਾ ਸਕਦੇ ਆ। ਠੀਕ, ਸੋ ਇਹ ਸਾਡੇ ਕੋਲ ਕਿੰਨਾ ਆ ਜਾਏਗਾ? ਐਡ ਕਰਕੇ ਸੋਲਵ ਕਰਕੇ ਆ ਜਾਏਗਾ x plus y equals to 44। ਸੋ ਸਾਡੀ ਇੱਥੋਂ ਇੱਕ ਫਰਸਟ ਇਕੁਏਸ਼ਨ ਤਿਆਰ ਹੋ ਗਈ ਨੰਬਰ ਆਫ ਫੈਮਲੀਜ਼ ਤੋਂ। ਸੋ ਸੋਲਵ ਕਰ ਲੈਣਾ ਪਹਿਲਾਂ ਤੁਸੀਂ ਇਹਨਾਂ ਨੂੰ ਐਡੀਸ਼ਨ ਕਰਕੇ, ਫਿਰ ਉਧਰ ਜਾ ਕੇ ਸਬਟ੍ਰੈਕਟ ਕਰ ਦੇਣਾ। ਠੀਕ, x plus y ਆ ਗਿਆ 44। ਨੈਕਸਟ ਅਸੀਂ ਮੋਡ ਸਾਨੂੰ ਗਿਵਨ, ਅਸੀਂ ਮੋਡ ਨਿਕਾਲ ਲਾਂਗੇ। ਹਾਂਜੀ, ਮੋਡ ਨਿਕਾਲਣ ਦਾ ਮੈਥਡ ਸਾਨੂੰ ਇਹਦੇ ਲਈ ਤਾਂ ਫਾਰਮੂਲਾ ਪਤਾ ਹੀ ਹੈ ਕੰਟੀਨਿਊਸ ਲਈ। ਠੀਕ, ਸੋ ਅਸੀਂ ਇੱਥੇ ਆਪਣਾ ਫਾਰਮੂਲਾ ਹੀ ਨਿਕਾਲਾਂਗੇ। ਫਾਰਮੂਲੇ ਦੇ ਲਈ ਸਾਨੂੰ ਪਹਿਲਾਂ ਮਾਡਲ ਕਲਾਸ ਚਾਹੀਦੀ ਹੈ। ਯੈਸ, ਮਾਡਲ ਕਲਾਸ ਅਸੀਂ ਹਾਈਐਸਟ ਫ੍ਰੀਕੁਐਂਸੀ ਨੂੰ ਦੇਈਦੀ ਹੈ। ਸੋ ਇੱਥੇ ਸਾਡੇ ਕੋਲ ਹਾਈਐਸਟ ਫ੍ਰੀਕੁਐਂਸੀ ਸਾਨੂੰ ਕਿਹੜੀ ਦਿਖ ਰਹੀ ਹੈ? 27। ਜਾਂ ਕਿਉਂਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਇਹ ਵਾਲੀਆਂ ਫ੍ਰੀਕੁਐਂਸੀਜ਼ ਵੀ ਹਾਇਰ ਹੋ ਸਕਦੀਆਂ। ਸੋ ਅਸੀਂ ਜਿਵੇਂ ਅਸੀਂ ਮੀਡੀਅਨ ਚ ਕੀਤਾ ਸੀ, ਅਸੀਂ ਮੀਡੀਅਨ ਜੋ ਗਿਵਨ ਸੀ ਉਹਨੂੰ ਲਾਈ ਕਰਾ ਲਿਆ ਸੀ ਆਪਣੇ ਇੰਟਰਵਲ ਚ। ਇਸੇ ਤਰ੍ਹਾਂ ਅਸੀਂ ਮੋਡ ਦੇਖਾਂਗੇ। ਸਾਨੂੰ ਮੋਡ ਕਿੰਨਾ ਗਿਵਨ ਹੈ? ਸਾਨੂੰ ਮੋਡ ਗਿਵਨ ਹੈ 24। ਦੇਖੋ 24 ਕਿਹੜੇ ਇੰਟਰਵਲ ਵਿੱਚ ਲਾਈ ਕਰ ਰਿਹਾ? ਸੋ 24 ਲਾਈਂਗ ਬਿਟਵੀਨ 20 and 30। ਗਿਵਨ ਮੋਡ which is equals to 24 lies in 20 to 30। therefore ਸਾਡੀ ਮੋਡਲ ਕਲਾਸ ਕੀ ਆ ਗਈ? 20 to 30। ਸੋ ਯਾਦ ਰੱਖਣਾ ਜੋ ਗਿਵਨ ਮੋਡ ਉਹਨੂੰ ਲਾਈ ਕਰਵਾ ਕੇ ਦੇਖ ਲੈਣਾ। ਮੋਡਲ ਕਲਾਸ ਆ ਗਈ। ਹੁਣ ਸਾਨੂੰ ਮੋਡ ਦਾ ਫਾਰਮੂਲਾ ਪਤਾ ਹੈ, ਮੋਡ ਇਜ਼ L plus
delta 1 upon delta 1 plus delta 2 into h. Here delta 1 is f1 minus f naught mod, delta 2 is f1 minus f2 mod. So ਅਸੀਂ ਹੁਣ select ਕਰੀਏ f1 f2 ਕੀ ਆਏਗਾ, therefore ਅਸੀਂ f1 f2 ਲਈ ਦੀ ਹੈ, ਹਾਂਜੀ 20 to 30 ਵਾਲੀ ਸਾਡੇ ਕੋਲ ਆ ਜਾਏਗੀ f1, ਇਸ ਤੋਂ ਇੱਕ ਪਿਛਲੇ ਵਾਲੀ f0 ਐਂਡ ਇਸ ਤੋਂ ਇੱਕ ਅਗਲੇ ਵਾਲੀ f2. ਸੋ ਇਹਨੂੰ ਅਸੀਂ x ਮਾਰਕ ਕੀਤਾ ਔਰ ਇਹਨੂੰ ਅਸੀਂ y ਮਾਰਕ ਕੀਤਾ, therefore ਸਾਡੇ ਕੋਲ f1 i 27, f0 i ਸਾਡੇ ਕੋਲ x ਐਂਡ f2 ਸਾਡੇ ਕੋਲ ਹੈ y. ਸੋ ਅਸੀਂ ਹੁਣ ਨਿਕਾਲਾਂਗੇ delta 1 which is equals to f1 minus f0 which is equals to 27 minus x, delta 2 which is equals to f2 mod which is equals to f1 minus f2 27y माइन. ਹੁਣ ਸਾਨੂੰ ਇਹ ਤਾਂ ਪਤਾ ਨਹੀਂ ਇਹਦਾ ਕੀ ਆਏਗਾ, ਸੀ ਇਹਨੂੰ ਸਿੰਪਲੀ 27 minus x ਔਰ ਇਹਨੂੰ 27 minus y ਲਿਖ ਲਿਆ. ਸੋ ਅਸੀਂ ਆਪਣੇ ਫਾਰਮੂਲੇ 'ਚ ਫਿਲ ਕੀਤਾ, ਮੋਡ ਆ ਗਿਆ l ਦੀ ਵੈਲਿਊ ਕਿੰਨੀ ਹੈ ਸਾਡੇ ਕੋਲ, l is 20 plus delta 1 ਸਾਡੇ ਕੋਲ ਹੈ 27 minus x divided by delta 1 plus delta 2. ਸੋ ਸਾਡੇ ਕੋਲ ਆ ਜਾਏਗਾ into h ਕਿੰਨਾ ਹੈ 10 ਦਾ ਡਿਫਰੈਂਸ ਹੈ, ਸੋ ਇੱਥੇ ਨਾਲ ਆ ਜਾਏਗਾ ਮਲਟੀਪਲਾਈ 10, therefore 20 plus 27 minus x upon ਇਹਨਾਂ ਦੋਨਾਂ ਨੂੰ ਪਲੱਸ ਕਰ ਲਓ, ਇਹ ਆ ਜਾਏਗਾ 54. ਦੇਖੋ ਸਟੂਡੈਂਟ ਇਹਨੂੰ ਕਦੀ ਵੀ ਕੈਂਸਲ ਨਹੀਂ ਕਰਨਾ, ਬਿਕੋਜ਼ ਉੱਪਰ ਸਾਡੇ ਕੋਲ ਨਿਊਮਰੇਟਰ ਵੀ ਸਬਟ੍ਰੈਕਸ਼ਨ ਚ ਪਿਆ, ਡਿਨੋਮੀਨੇਟਰ ਦੇ ਵਿੱਚ ਵੀ ਸਾਡੇ ਕੋਲ ਕੀ ਪਿਆ, ਐਡੀਸ਼ਨ ਐਂਡ ਸਬਟ੍ਰੈਕਸ਼ਨ. ਸੋ ਫਸਟ ਨਿਊਮਰੇਟਰ ਨੂੰ ਅਲੱਗ ਸੋਲਵ ਕਰਨਾ, ਨੀਚੇ ਵਾਲੇ ਨੂੰ ਅਲੱਗ, ਫਿਰ ਕੈਂਸਲ ਕਰਿਓ. ਬਟ ਇਹ ਕੈਂਸਲ ਹੋਣਗੇ ਹੀ ਨਹੀਂ ਬਿਕੋਜ਼ ਇਹਦੇ ਵਿੱਚ x ਔਰ y ਆ ਰਹੇ ਆ, ਇੱਕ ਸਿੰਗਲ ਟਰਮ ਹੀ ਕੈਂਸਲ ਹੋ ਸਕਦੀ ਸੀ. ਤੁਸੀਂ ਕਈ ਸਟੂਡੈਂਟ ਕਿਆ ਕਰਦੇ ਆ, ਇਹ ਪਲੱਸ ਇਹਦੇ ਨਾਲ ਪਿਆ, ਇਹਨੂੰ 27 ਨੂੰ ਅਲੱਗ ਇਹਦੇ ਨਾਲ ਕੈਂਸਲ ਕਰ ਦਿੰਦੇ, ਸੋ ਗਲਤ ਹੈ. ਸੋ ਇਹਨੂੰ ਅਲੱਗ ਕੈਲਕੂਲੇਟ ਕਰੋ, ਮਾਈਨਸ x ਮਾਈਨਸ y ਇੰਟੂ 10. therefore ਸਾਡੇ ਕੋਲ ਮੋਡ ਆ ਜਾਏਗਾ, ਮੋਡ ਸਾਨੂੰ ਗਿਵਨ ਵੀ ਹੈ, ਮੋਡ ਸਾਨੂੰ ਗਿਵਨ ਦਿੱਤਾ ਹੋਇਆ 24, ਅਸੀਂ x ਔਰ y ਦੀ ਵੈਲਿਊ ਨਿਕਾਲਣੀ ਹੈ. ਸੋ ਸਾਡੇ ਕੋਲ ਇੱਥੇ ਇਕੁਏਸ਼ਨ ਬਣ ਜਾਏਗੀ 24 minus 20 which is equals to 27 minus x upon 54 minus x minus y into 10 which is equals to 4. ਇਹਨਾਂ ਚੋਂ ਮਾਈਨਸ ਕਾਮਨ ਨਿਕਾਲ ਲਿਆ, ਅੰਦਰ ਆ ਜਾਏਗਾ, ਜਦੋਂ ਮਾਈਨਸ ਕਾਮਨ ਨਿਕਾਲਾਂਗੇ x plus y into 10. ਹੁਣ ਦੇਖੋ ਅਸੀਂ x plus y ਦੀ ਵੈਲਿਊ ਤਾਂ ਫਰਸਟ ਇਕੁਏਸ਼ਨ ਚ ਨਿਕਾਲੀ ਹੋਈ ਹੈ, x plus y ਕਿੰਨਾ ਹੈ 44. ਸੋ ਅਸੀਂ ਇੱਥੇ ਵੈਲਿਊ ਫਿਲ ਕਰ ਦਿੱਤੀ x plus y ਦੀ, 27 minus x 54 minus 44 into 10. So 4 equals to 27 minus x upon 10 into 10. देखो जो माइनस कॉमन निकाला, जो माइनस कॉमन निकालना दोनों प्लस दे हो जाने, ठीक. सो ये आ जाएगा 10 ना 10 कैंसिल, 4 equals to 27 minus x. This implies x equals to 27 minus 4. This implies x ਦੀ ਵੈਲਿਊ ਆ ਜਾਏਗੀ 23. ਸੋ ਸਾਡੇ ਕੋਲ x ਆ ਗਿਆ, ਹੁਣ x ਦੀ ਵੈਲਿਊ ਅਸੀਂ 1 ਚ ਫਿਲ ਕਰ ਦੇਣੀ, ਪੁੱਟ ਇਨ 1 ਹੈ x plus y equals to 44, x plus y equals to 44, 23 plus y equals to 44, y is 44 minus 23, so y ਸਾਡੇ ਕੋਲ ਕਿੰਨਾ ਆ ਜਾਏਗਾ 21. ਸੋ ਸਾਡੇ ਕੋਲ x and y ਦੀ ਵੈਲਿਊ ਆ ਜਾਏਗੀ, ਠੀਕ.